ਜਦੋਂ ਔਰਤ ਕੁਰਬਾਨੀ ਦੇਣ ਤੇ ਆਉਂਦੀ ਹੈ ਤੇ ਉਹ ਕਿੰਨੀ ਵੱਡੀ ਕੁਰਬਾਨੀ ਦੇ ਸਕਦੀ ਹੈ, ਕਿਸ ਹੱਦ ਤੱਕ ਜਾ ਸਕਦੀ ਹੈ, ਇਹਦਾ ਅੰਦਾਜ਼ਾ ਸ਼ਾਇਦ ਅਸੀਂ ਨਹੀਂ ਲਾ ਸਕਦੇ। अचानक मेरे हस्बैंड ਨੂੰ प्रॉब्लम ਹੋਈ ਕਿ ਉਹਨਾਂ ਨੂੰ ਜੌਂਡਿਸ ਹੋ ਗਿਆ ਤੇ ਉਹਨਾਂ ਦਾ ਮਤਲਬ ਹਾਲਤ ਇੰਨੀ ਮਿਜ਼ਰੇਬਲ ਹੋ ਗਈ ਕਿ ਮਤਲਬ ਸਾਨੂੰ ਰੋਜ਼ ਡਾਕਟਰਾਂ ਕੋਲ ਜਾਣਾ ਪੈਂਦਾ ਸੀ। ਡਾਕਟਰਸ ਨੇ ਜਦੋਂ ਕਹਿਤਾ ਕਿ ਇਹਨਾਂ ਦਾ ਲੀਵਰ ਤਾਂ ਜੌਂਡਿਸ ਕਰਕੇ ਕਾਫੀ ਹੱਦ ਤੱਕ ਖਰਾਬ ਹੋ ਚੁੱਕਿਆ ਹੈ, ਵੀ ਤੁਹਾਨੂੰ ਅਗਰ ਤੁਸੀਂ ਐਵੇਂ ਹੀ ਚੱਲੀ ਜਾਓਗੇ ਤਾਂ ਤੁਹਾਡੀ ਲਾਈਫ ਸਿਰਫ 6 ਮਹੀਨੇ ਰਹਿ ਜਾਏਗੀ। ਗੂਗਲ ਸਰਚ ਕੀਤੀ ਜਾਂ ਉਹਨਾਂ ਪੇਸ਼ੈਂਟਸ ਨੂੰ ਵੀ ਮਿਲੇ ਜਿਨ੍ਹਾਂ ਦਾ ਲੀਵਰ ਟ੍ਰਾਂਸਪਲਾਂਟ ਹੋਇਆ। ਉਹ ਲੀਵਰ ਤੁਸੀਂ ਡੋਨਰ ਦੇ ਬਾਰੇ ਚ ਸੋਚਿਆ ਕਿ ਲੀਵਰ ਟ੍ਰਾਂਸਪਲਾਂਟ ਕਰਾਉਣਾ ਹੈ ਔਰ ਲੀਵਰ ਡੋਨਰ ਜਿਹੜਾ ਹਾਂ ਕਰੇ ਤੇ ਉਹ ਲੀਵਰ ਡੋਨਰ ਤੁਸੀਂ ਹੀ ਹੋਵੋਗੇ। ਇਹ ਚੀਜ਼ ਕਦੋਂ ਆਈ ਹੈ ਤੁਹਾਡੇ ਦਿਮਾਗ 'ਚ? ਇਹ ਚੀਜ਼ ਕਦੋਂ ਆਈ ਹੈ? ਕਿਉਂਕਿ ਸਭ ਤੋਂ ਵੱਡਾ ਸਵਾਲ ਮੇਰੇ ਸਾਹਮਣੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਮੇਰੇ ਹਸਬੈਂਡ ਦੀ ਲਾਈਫ ਬਚ ਜੇ, ਕਿਉਂਕਿ ਅਗਰ ਉਹ ਹੈ ਤਾਂ ਅਸੀਂ ਹੈ। ਮੇਰੀ ਬੇਟੀ ਵੀ ਬਹੁਤ ਛੋਟੀ ਸੀ, ਮਤਲਬ ਸਾਡਾ ਸਹਾਰਾ ਕਹਿ ਲਓ ਜਾਂ ਸਾਰੀ ਫੈਮਿਲੀ ਨੂੰ ਲੋੜ ਸੀ ਮੇਰੇ ਹਸਬੈਂਡ ਦੀ। ਸਤਿ ਸ਼੍ਰੀ ਅਕਾਲ। ਹਰ ਸਟੋਰੀ ਸ਼ੋਅ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ। ਮੈਂ ਹਰਮਨ ਤੂਰ। ਔਰਤਾਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸੰਬੋਧਨ ਜਿਹੜੇ ਵਰਤੇ ਜਾਂਦੇ ਆ ਕਿ ਔਰਤ ਕੁਰਬਾਨੀ ਦਾ ਪੁਤਲਾ ਹੈ ਜੀ, ਸਹਿਣਸ਼ੀਲਤਾ ਦੀ ਦੇਵੀ ਹੈ ਤੇ ਹੋਰ ਪਤਾ ਨਹੀਂ ਕੀ। ਪਰ ਇਹ ਸੱਚ ਹੈ ਕਿ ਜਦੋਂ ਔਰਤ ਕੁਰਬਾਨੀ ਦੇਣ ਤੇ ਆਉਂਦੀ ਹੈ ਤੇ ਉਹ ਕਿੰਨੀ ਵੱਡੀ ਕੁਰਬਾਨੀ ਦੇ ਸਕਦੀ ਹੈ, ਕਿਸ ਹੱਦ ਤੱਕ ਜਾ ਸਕਦੀ ਹੈ, ਇਹਦਾ ਅੰਦਾਜ਼ਾ ਸ਼ਾਇਦ ਅਸੀਂ ਨਹੀਂ ਲਾ ਸਕਦੇ। ਪਰ ਇਹਦਾ ਥੋੜਾ ਜਿਹਾ ਅਹਿਸਾਸ ਕਰ ਸਕੀਏ, ਉਸ ਦੇ ਲਈ ਅੱਜ ਹਰ ਸਟੋਰੀ ਦੇ ਵਿੱਚ ਇੱਕ ਐਸੀ ਔਰਤ ਦੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਬੈਠੀ ਹੋਈ ਹਾਂ, ਜਿਹਦੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਸ਼ਾਇਦ ਅਹਿਸਾਸ ਕਰ ਪਾਵੋ ਕਿ ਜੇ ਔਰਤ ਕੁਰਬਾਨੀ ਦੇਣ ਤੇ ਆ ਜਾਵੇ ਤੇ ਉਹ ਕਿਸ ਹੱਦ ਤੱਕ ਜਾ ਸਕਦੀ ਹੈ ਤੇ ਕਿੰਨੀ ਵੱਡੀ ਕੁਰਬਾਨੀ ਦੇ ਸਕਦੀ ਹੈ। ਸੋ ਅੱਜ ਦੀ ਸਟੋਰੀ ਦੇ ਵਿੱਚ ਮੇਰੇ ਨਾਲ ਰੂਪਾ ਅਰੋੜਾ ਜੀ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਮੈਮ। ਤੁਹਾਡੀ ਕਹਾਣੀ ਆਪਾਂ ਲੈ ਕੇ ਆਈਏ ਲੋਕਾਂ ਦੇ ਸਾਹਮਣੇ। ਇਸ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿੱਥੇ ਜਨਮ ਹੋਇਆ ਤੁਹਾਡਾ, ਕਿਵੇਂ ਦੀ ਜ਼ਿੰਦਗੀ ਸੀ ਤੁਹਾਡੀ ਸ਼ੁਰੂਆਤੀ ਜ਼ਿੰਦਗੀ? मेरा जन्म मोरिंडा डिस्ट्रिक्ट रोपड़ विच होया और मेरे पापा बिजनेसमैन रहे हैं और मम्मी मेरे टीचर रहे हैं जी। और 3 मेरे ब्रदर हैं। असी चारों भैन भरा हैं। अच्छी लाइफ मतलब बचपन अच्छा बीत्या साडा सब दा। और जिद्दां कि मैं दस्सिया मेरे मम्मी टीचर हैं तो उन्हां दा मेन मोटिव यही सी कि भी मेरे बच्चे भी पढ़ लिख के कम से कम अपने पैरां जोगे हो जान जी। तो पढ़े, नॉर्मल पढ़ाई की अच्छे अपने वालों उन्होंने मैंने बहुत अच्छे स्कूल च पढ़ाया। उस टाइम इन्ने ज़्यादा प्राइवेट स्कूल्स नहीं होंदे सीगे, पर जिस स्कूल च मैं पढ़ी वो काफ़ी अच्छा स्कूल सी। उस तो बाद कंटिन्यू रहंदे होए उन्होंने मैंने ETT एंट्रेंस टेस्ट दिलवाया, फिर मेरी उस विच सिलैक्शन हो गई और ETT करदियां सार मैनू गवर्नमेंट जॉब मिल गई। और पहला मैं पंजाब विच जॉब की 6 महीने। उस तो बाद मैं चंडीगढ़ अप्लाई किया, मतलब चंडीगढ़ भी सिलैक्शन हो गई तो असीं चंडीगढ़ मतलब उधर रिज़ाइन करके चंडीगढ़ ज्वाइन कर लिया जी। और उस तो बाद भी जिद्दां पढ़ाई का शौक सी, पढ़ाई कंटिन्यू रखी। अपनी BA कंप्लीट की, B.Ed कंप्लीट की, कॉरस्पोंडेंस की और उस तो बाद B.Ed करन दे नाल मेरी एलिजिबिलिटी मतलब TGT ਲਈ बन गई। तो हुण मैं चंडीगढ़ ਦੇ स्कूल विच एज ए TGT हिंदी पढ़ा रही ਹਾਂ। ਹਰ ਕੁੜੀ ਦੀ ਲਾਈਫ 'ਚ ਇੱਕ ਖੂਬਸੂਰਤ ਮੁਕਾਮ ਆਉਂਦਾ ਹੈ ਕਿ ਵਿਆਹ ਨੂੰ ਲੈ ਕੇ ਬਹੁਤ ਛੋਟੀ ਉਮਰੇ ਕਹਿ ਸਕਦੇ ਹਾਂ ਕਿ ਸੁਪਨੇ ਜਿਹੜੇ ਪਨਪਣੇ ਸ਼ੁਰੂ ਹੋ ਜਾਂਦੇ ਆ। ਲਾਈਫ ਦੇ ਵਿੱਚ ਕਦੋਂ ਪੜਾਅ ਆਇਆ ਜਦੋਂ ਤੁਸੀਂ ਵਿਆਹ ਕਰਵਾਉਂਦੇ ਹੋ ਤੇ ਆਪਣੇ ਹਮਸਫਰ ਦੇ ਰੂਬਰੂ ਹੁੰਦੇ ਹੋ? 27 ਸਾਲ ਦੀ ਉਮਰ 'ਚ ਮੇਰੀ ਮੈਰਿਜ ਹੋਈ ਜੀ। ਔਰ ਪ੍ਰਵੀਨ ਕੁਮਾਰ ਰਤਨ ਜੀ ਨਾਲ, ਜੋ ਕਿ ਚੰਡੀਗੜ੍ਹ ਵਿੱਚ ਹੀ ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਐਜ਼ ਏ ਅਕਾਊਂਟਸ ਆਫਿਸਰ ਜੌਬ ਕਰ ਰਹੇ ਹਨ। ਇੱਥੋਂ ਤੱਕ ਲਾਈਫ ਬਹੁਤ ਖੂਬਸੂਰਤ ਰਹਿੰਦੀ ਹੈ ਤੁਹਾਡੀ ਤੇ ਵਿਆਹ ਹੋ ਜਾਂਦਾ ਹੈ, ਇੱਕ ਬਹੁਤ ਪਿਆਰੀ ਬੇਟੀ ਤੁਹਾਡੇ ਘਰੇ ਜਨਮ ਲੈਂਦੀ ਹੈ। ਹਾਂਜੀ। ਤੇ ਉਸ ਤੋਂ ਬਾਅਦ ਜਿਹੜੀ ਕਹਾਣੀ ਦੀ ਮੈਂ ਸ਼ੁਰੂ 'ਚ ਬਾਤ ਪਾਈ ਸੀ, ਜਿਹੜਾ ਇੱਕ ਕਹਿ ਸਕਦੇ ਹਾਂ ਕਿ ਇੱਕ ਦਿਲਚਸਪ ਮੋੜ ਕਹਿ ਸਕਦੇ ਹਾਂ ਜਾਂ ਹੈਰਾਨੀਜਨਕ ਮੋੜ ਉਹ ਲਾਈਫ 'ਚ ਆਉਂਦਾ। ਤੇ ਕਦੋਂ ਜਿਹੜੀ ਇਹ ਜਿਸ ਚੀਜ਼ ਦੇ ਤੁਸੀਂ ਰੂਬਰੂ ਹੋਏ ਆ, ਮੈਂ ਉਹ ਜਾਣਨਾ ਚਾਹੁੰਦੀ ਹਾਂ ਕਿ ਕੀ ਉਹ ਚੀਜ਼ ਸੀ ਜਿਹਨੇ ਤੁਹਾਨੂੰ ਹਿਲਾ ਕੇ ਰੱਖ ਦਿੱਤਾ? ਉਹ ਚੀਜ਼ ਕੀ ਸਾਹਮਣੇ ਆਈ ਤੁਹਾਡੇ? ਵਿਆਹ ਤੋਂ ਬਾਅਦ ਐਜ਼ ਇਟ ਇਜ਼ ਜਿੱਦਾਂ ਹੋਰ ਲੜਕੀਆਂ ਨਾਲ ਹੁੰਦਾ, ਮੇਰੀ ਲਾਈਫ ਨਾਰਮਲ ਚੱਲ ਰਹੀ ਸੀ, ਮਤਲਬ ਫੈਮਿਲੀ ਵਿੱਚ ਸੈਟਲ ਸੀ ਪੂਰੀ ਤਰ੍ਹਾਂ। ਬਸ ਇਹ ਸੀ ਕਿ ਜੌਬ ਔਰ ਘਰ ਤੱਕ ਹੀ ਮੈਂ ਸੀਮਿਤ ਸੀਗੀ। ਜੌਬ ਕੀਤੀ, ਘਰ ਆਏ, ਘਰ ਵਿੱਚ ਬਿਜ਼ੀ ਹੋ ਗਈ, ਬੱਚਿਆਂ 'ਚ ਬਿਜ਼ੀ ਹੋ ਗਈ, ਫੈਮਿਲੀ 'ਚ ਬਿਜ਼ੀ ਹੋ ਗਈ, ਮਤਲਬ ਐਸੀ ਕੋਈ ਪ੍ਰੋਬਲਮ ਨਹੀਂ ਸੀ, ਬਹੁਤ ਅੱਛੀ ਲਾਈਫ ਚੱਲ ਰਹੀ ਸੀ। ਪਰ 2010 ਤੱਕ ਕਾਫੀ ਨਾਰਮਲ ਚੱਲਦਾ ਰਿਹਾ। ਅਚਾਨਕ ਮੇਰੇ ਹਸਬੈਂਡ ਨੂੰ ਪ੍ਰੋਬਲਮ ਹੋਈ ਕਿ ਉਹਨਾਂ ਨੂੰ ਜੌਂਡਿਸ ਹੋ ਗਿਆ ਤੇ ਉਹਨਾਂ ਦਾ ਮਤਲਬ
ਹਾਲਤ ਇੰਨੀ ਮਿਜ਼ਰੇਬਲ ਹੋ ਗਈ ਕਿ ਮਤਲਬ ਸਾਨੂੰ ਰੋਜ਼ ਡਾਕਟਰਾਂ ਕੋਲ ਜਾਣਾ ਪੈਂਦਾ ਸੀ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਜੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰੇ ਹਸਬੈਂਡ ਕਦੀ ਇੰਨੀ ਜ਼ਿਆਦਾ ਸੀਰੀਅਸ ਪ੍ਰੋਬਲਮ 'ਚ ਆ ਸਕਦੇ ਆ ਕਿਉਂਕਿ ਜਿੰਨਾ ਚਿਰ ਮੈਂ ਉਹਨਾਂ ਨਾਲ ਵਿਆਹ ਤੋਂ ਬਾਅਦ ਵੀ ਰਹੀ ਮੇਰੀ ਬੇਟੀ 8 ਸਾਲ ਦੀ ਹੋ ਚੁੱਕੀ ਸੀ ਉਦੋਂ ਤੱਕ ਉਹਨਾਂ ਨੇ ਕਦੀ ਮਤਲਬ ਮੈਂ ਦੇਖਿਆ ਨਹੀਂ ਸੀ ਕਦੀ ਸਿਰ ਦਰਦ ਦੀ ਵੀ ਗੋਲੀ ਖਾਈ ਹੋਵੇ ਜੀ ਮਤਲਬ ਬਹੁਤ ਐਕਟਿਵ ਰਹਿੰਦੇ ਸੀ ਹਮੇਸ਼ਾ ਇਹ ਕਿਸੇ ਮਤਲਬ ਹਰ ਇੱਕ ਚਾਹੇ ਉਹ ਪੇਰੈਂਟਸ ਦੀ ਕੇਅਰ ਕਰਨੀ ਹੈ ਚਾਹੇ ਆਪਣੀ ਬੇਟੀ ਨੂੰ ਦੇਖਣਾ ਜਾਂ ਫੈਮਿਲੀ 'ਚ ਕਿਸੇ ਹੋਰ ਮਤਲਬ ਹੋਰ ਰਿਸਪੌਂਸਿਬਿਲਿਟੀਜ਼ ਵੀ ਹੁੰਦੀਆਂ ਫੈਮਿਲੀ ਵਿੱਚ ਉਹਨਾਂ ਨੂੰ ਪੂਰਾ ਕਰਦੇ ਹੋਏ ਮੈਂ ਕਦੀ ਉਹਨਾਂ ਨੂੰ ਐਵੇਂ ਨਹੀਂ ਦੇਖਿਆ ਕਿ ਉਹ ਮੋਟੀਵੇਟ ਨਹੀਂ ਹੈ ਉਹ ਮਤਲਬ ਹੱਲਾਸ਼ੇਰੀ ਨਾਲ ਸਾਰੇ ਕੰਮ ਕਰਦੇ ਸੀਗੇ ਘਰ ਵਿੱਚ ਮੈਨੂੰ ਲੱਗਦਾ ਇੰਨਾ ਐਕਟਿਵ ਹੋਣ ਜਿੰਨੇ ਉਹ ਹੈ ਹੋਰ ਕੋਈ ਵੀ ਨਹੀਂ ਹੈ ਬਟ ਜਦੋਂ ਉਹਨਾਂ ਨਾਲ ਇਹ ਮਤਲਬ ਇਹ ਬਿਮਾਰੀ ਸਮਝ ਲਓ ਜਦੋਂ ਗੱਲ ਪੈ ਗਈ ਸਮਝ ਲਓ ਤਾਂ ਮੈਂ ਉਹਨਾਂ ਦੀ ਪਹਿਲੀ ਵਾਰੀ ਇਹੋ ਜਿਹੀ ਹਾਲਤ ਦੇਖੀ ਕਿ ਉਹ ਬੈੱਡ ਤੇ ਹੀ ਹੋ ਗਏ ਬਿਲਕੁਲ ਮਤਲਬ ਆਪਣੀ ਜੋ ਹੈ ਤੁਸੀਂ ਕਹਿ ਸਕਦੇ ਹੋ ਡੇਲੀ ਰੂਟੀਨ ਦੇ ਜਿਹੜੇ ਵਰਕ ਕਰਨ ਲਈ ਵੀ ਉਹ ਮੁਹਤਾਜ ਹੋ ਗਏ ਸੀ ਜੀ ਔਰ ਕਾਫੀ ਟ੍ਰੀਟਮੈਂਟ ਚੱਲਿਆ ਡਾਕਟਰਸ ਕੋਲ ਅਸੀਂ ਜਾਂਦੇ ਰਹੇ ਮਤਲਬ ਸਟੇਬਲ ਤਾਂ ਹੋ ਗਏ ਬਟ ਇਵਨ ਡਾਕਟਰਸ ਨੇ ਜਦੋਂ ਕਹਿਤਾ ਕਿ ਇਹਨਾਂ ਦਾ ਲੀਵਰ ਤਾਂ ਜੌਂਡਿਸ ਕਰਕੇ ਕਾਫੀ ਹੱਦ ਤੱਕ ਖਰਾਬ ਹੋ ਚੁੱਕਿਆ ਵੀ ਤੁਹਾਨੂੰ ਅਗਰ ਤੁਸੀਂ ਐਵੇਂ ਹੀ ਚੱਲੀ ਜਾਓਗੇ ਤਾਂ ਤੁਹਾਡੀ ਲਾਈਫ ਸਿਰਫ 6 ਮਹੀਨੇ ਰਹਿ ਜਾਏਗੀ ਮਤਲਬ ਇਹ ਸੁਣ ਕੇ ਤਾਂ ਇੰਨਾ ਸ਼ੌਕ ਲੱਗਿਆ ਕਿ ਵੀ ਸਿਰਫ 6 ਮਹੀਨੇ ਉਸ ਤੋਂ ਬਾਅਦ ਵੀ ਕੀ ਹੋਏਗਾ ਲਾਈਫ ਦਾ ਫਿਰ ਡਾਕਟਰ ਨੇ ਕਿਹਾ ਕਿ ਹਾਂ ਇੱਕੋ ਇੱਕ ਜਿਹੜਾ ਹੈਗਾ ਤੁਹਾਡਾ ਇੱਕ ਟ੍ਰੀਟਮੈਂਟ ਹੈ ਕਿ ਤੁਸੀਂ ਅਗਰ ਇਹਨਾਂ ਦਾ ਲੀਵਰ ਟ੍ਰਾਂਸਪਲਾਂਟ ਹੋ ਜਾਂਦਾ ਤਾਂ ਇਹ ਕੁਝ ਹੱਦ ਤੱਕ ਆਪਣੀ ਨਾਰਮਲ ਲਾਈਫ ਜੀ ਸਕਦੇ ਆ ਜਦੋਂ ਡਾਕਟਰ ਨੇ ਇਹ ਗੱਲ ਕਹੀ ਤੁਹਾਨੂੰ ਕਿ ਲੀਵਰ ਟ੍ਰਾਂਸਪਲਾਂਟ ਹੋ ਜਾਏ ਤੇ ਫਿਰ ਹੋ ਸਕਦਾ ਹੈ ਬਚ ਜਾਣ ਔਰ ਸ਼ੁਰੂਆਤ ਤੋਂ ਲੈ ਕੇ ਉਦੋਂ ਤੱਕ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਬਿਮਾਰ ਹੋਇਆ ਨੂੰ ਜਦੋਂ ਡਾਕਟਰ ਨੇ ਸਲਾਹ ਦਿੱਤੀ ਮਤਲਬ ਸਾਲ 1.5 ਸਾਲ ਉਹਨਾਂ ਦਾ ਡਾਕਟਰੀ ਟ੍ਰੀਟਮੈਂਟ ਚੱਲਦਾ ਰਿਹਾ ਫਿਰ ਕੀ ਹੋਇਆ ਫਿਰ ਜੋ ਡਾਕਟਰਸ ਨੂੰ ਲੱਗਿਆ ਕਿ ਨਹੀਂ ਇਹ ਮੈਡੀਸਿਨਸ ਨਾਲ ਨਹੀਂ ਕੋਈ ਫਰਕ ਪੈ ਰਿਹਾ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਲਾਈਫ ਦਾ ਜੋ ਇੱਕੋ ਇੱਕ ਜੋ ਟ੍ਰੀਟਮੈਂਟ ਹੈ ਉਹ ਟ੍ਰਾਂਸਪਲਾਂਟ ਹੀ ਹੈ ਉਹਨਾਂ ਨੇ ਕਿਹਾ ਅਗਰ ਤੁਹਾਡੇ ਕੋਲ ਡੋਨਰ ਹੈ ਜਾਂ ਤੁਸੀਂ ਅਗਰ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਲੀਵਰ ਟ੍ਰਾਂਸਪਲਾਂਟ ਵੱਲ ਹੀ ਵਧੋ ਤਾਂ ਹੀ ਤੁਹਾਡੀ ਜੋ ਲਾਈਫ ਹੈ ਅੱਗੇ ਹੋਰ ਅੱਛੀ ਹੋ ਸਕਦੀ ਹੈ ਅਦਰਵਾਈਜ਼ ਲਾਈਫ ਦਾ ਕੋਈ ਭਰੋਸਾ ਨਹੀਂ ਹੈ ਫਿਰ ਅੱਗੇ ਕੀ ਸੋਚਿਆ ਤੇ ਕਿਹੜੀਆਂ ਚੀਜ਼ਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫਿਰ ਜਿੱਦਾਂ ਕਿ ਮੈਂ ਦੱਸਿਆ ਮੇਰੇ ਹਸਬੈਂਡ ਬਹੁਤ ਜ਼ਿਆਦਾ ਮਤਲਬ ਪੋਜ਼ਿਟਿਵ ਸੋਚਣ ਵਾਲੇ ਹੈ ਜਾਂ ਕਦੀ ਵੀ ਉਹਨਾਂ ਨੇ ਨੈਗੇਟਿਵ ਨਹੀਂ ਸੋਚਿਆ ਮਤਲਬ ਆਪਣੀ ਬਿਮਾਰੀ ਨੂੰ ਲੈ ਕੇ ਸਮਝ ਲਓ ਅਸੀਂ ਦੋਨਾਂ ਨੇ ਖੁਦ ਹੀ ਬਹੁਤ ਇੱਧਰ ਉੱਧਰ ਜਿਹਨੂੰ ਕਹਿ ਲਓ ਧੱਕੇ ਖਾਏ ਡਾਕਟਰਾਂ ਕੋਲ ਕਹਿ ਲਓ ਅਸੀਂ ਉਹ ਪੇਸ਼ੈਂਟਸ ਨੂੰ ਮਿਲੇ ਨੈਟ ਤੋਂ ਸਰਚ ਕੀਤੀ ਜਿਨ੍ਹਾਂ ਦਾ ਲੀਵਰ ਟ੍ਰਾਂਸਪਲਾਂਟ ਹੋ ਚੁੱਕਿਆ ਕਿਵੇਂ ਹੁੰਦਾ ਕਿਆ ਇਹਦੇ ਸਾਈਡ ਇਫੈਕਟਸ ਹੈ ਵੀ ਕਿਆ ਇਹ 100% ਸਕਸੈਸਫੁਲ ਰਹਿ ਸਕਦਾ ਜਾਂ ਨਹੀਂ ਰਹਿ ਸਕਦਾ ਮਤਲਬ ਇਹ ਸਾਰੀਆਂ ਸਰਚ ਮਤਲਬ ਅਸੀਂ ਗੂਗਲ ਸਰਚ ਕੀਤੀ ਜਾਂ ਉਹਨਾਂ ਪੇਸ਼ੈਂਟਸ ਨੂੰ ਵੀ ਮਿਲੇ ਜਿਨ੍ਹਾਂ ਦਾ ਲੀਵਰ ਟ੍ਰਾਂਸਪਲਾਂਟ ਹੋਇਆ ਉਹਨਾਂ ਨੂੰ ਮਿਲ ਕੇ ਲੱਗਿਆ ਕਿ ਹਾਂ ਸ਼ਾਇਦ ਵੀ ਸਾਡੀ ਲਾਈਫ ਵਿੱਚ ਵੀ ਕੋਈ ਹੋਪ ਹੋ ਸਕਦੀ ਹੈ ਜੀ ਹੁਣ ਅਸਲੀ ਜਿਹੜਾ ਕਹਾਣੀ ਦਾ ਮੋੜ ਆਉਂਦਾ ਹੈ ਉਹ ਲੀਵਰ ਤੁਸੀਂ ਡੋਨਰ ਦੇ ਬਾਰੇ ਚ ਸੋਚਿਆ ਕਿ ਲੀਵਰ ਟ੍ਰਾਂਸਪਲਾਂਟ ਕਰਾਉਣਾ ਹੈ ਔਰ ਲੀਵਰ ਡੋਨਰ ਜਿਹੜਾ ਹਾਂ ਕਰੇ ਤੇ ਉਹ ਲੀਵਰ ਡੋਨਰ ਤੁਸੀਂ ਹੀ ਹੋਵੋਗੇ ਇਹ ਚੀਜ਼ ਕਦੋਂ ਆਈ ਆ ਤੁਹਾਡੇ ਦਿਮਾਗ 'ਚ ਇਹ ਚੀਜ਼ ਕਦੋਂ ਆਈ ਹੈ ਕਿ ਤੁਸੀਂ ਪਹਿਲਾਂ ਬਾਹਰੋਂ ਇਹ ਅਰੇਂਜ ਕਰਨ ਦੀ ਕੋਸ਼ਿਸ਼ ਕੀਤੀ ਇਹ ਆਈਡੀਆ ਕਿਹਦੇ ਦਿਮਾਗ 'ਚ ਆਇਆ ਔਰ ਫਿਰ ਇਹਦੇ ਤੇ ਫੁੱਲ ਕਿਵੇਂ ਚੜਾਏ ਜਿੱਦਾਂ ਮੈਂ ਦੱਸਿਆ ਫਿਰ ਵੀ ਸਾਨੂੰ ਅਸੀਂ ਡਾਕਟਰ ਮੈਦਾਂਤਾ ਹਸਪੀਟਲ ਗਏ ਜਿੱਦਾਂ ਸਰਚ ਕੀਤਾ ਪਤਾ ਲੱਗਿਆ ਕਿ ਕੌਣ ਅੱਛੇ ਡਾਕਟਰ ਹੈ ਹੈਪਟੋਲੋਜੀ ਦੇ ਜਾਂ ਲੀਵਰ ਦੇ ਕਹਿ ਲਓ ਤਾਂ ਅਸੀਂ ਮੈਦਾਂਤਾ ਹਸਪੀਟਲ ਗਏ ਡਾਕਟਰ AS ਸੋਇਨ ਅਰਵਿੰਦਰ ਸਿੰਘ ਸੋਇਨ ਆ ਉਹਨਾਂ ਦੇ ਰੂਮ ਪਹਿਲੀ ਵਾਰੀ ਗਏ ਜਦੋਂ ਮੈਂ ਔਰ ਮੇਰੇ ਹਸਬੈਂਡ ਗਏ ਤਾਂ ਜਾਂਦਿਆਂ ਸਾਰੇ ਸਾਨੂੰ ਦੇਖਿਆ ਕਿ ਉੱਥੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਸੀ ਅੱਛਾ ਥੋੜਾ ਜਿਹਾ ਮਤਲਬ ਮਨ ਵਿੱਚ ਥੋੜਾ ਜਿਹਾ ਧਰਾਸ ਆਇਆ ਕਿ ਹਾਂ ਵੀ ਅਸੀਂ ਸ਼ਾਇਦ ਬਹੁਤ ਅੱਛੀ ਜਗ੍ਹਾ ਤੇ ਆ ਗਏ ਹਾਂ ਜੀ ਡਾਕਟਰ ਨੇ ਹਸਬੈਂਡ ਨੂੰ ਦੇਖਿਆ ਤਾਂ ਉਹਨਾਂ ਨੇ ਮਤਲਬ ਟੱਚ ਕਰਿਆ ਇਹਨਾਂ ਦਾ ਜਿੱਦਾਂ ਪੇਟ ਵਗੈਰਾ ਨੂੰ ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਦਾ ਤਾਂ ਲੀਵਰ ਟ੍ਰਾਂਸਪਲਾਂਟ ਹੀ ਹੋਏਗਾ ਜੀ ਔਰ ਵੀ ਡੋਨਰ ਕੌਣ ਹੋ ਸਕਦਾ ਹੈ ਫਿਰ ਮੇਰੇ ਹਸਬੈਂਡ ਨੇ ਕਿਹਾ ਵੀ ਮੇਰੀ ਵਾਈਫ ਮੇਰੇ ਨਾਲ ਆਏ ਹੋਏ ਹੈ ਤਾਂ ਉਹਨਾਂ ਨੇ ਮੈਨੂੰ ਦੇਖਦਿਆਂ ਸਾਰੇ ਅਪਰੈਂਟਲੀ ਕਹਿਤਾ ਕਿ ਇਹ ਤੁਹਾਡੀ ਡੋਨਰ ਹੋ ਸਕਦੀ ਹੈ ਇਹਦੇ ਵਿੱਚ ਤੁਹਾਡੀ ਸਹਿਮਤੀ ਜਾਂ ਤੁਹਾਡੀ ਪਹਿਲ ਦੇ ਤੌਰ ਤੇ ਆਈਡੀਆ ਨਹੀਂ ਸੀ ਜਾਂ ਨਹੀਂ ਉਹ ਤਾਂ ਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਅਗਰ ਕੋਈ ਵੀ ਡੋਨਰ ਵਾਸਤੇ ਅਗਰ ਡਾਕਟਰ ਸੁਜੈਸਟ ਕਰਦੇ ਆ ਵੀ ਕੌਣ ਹੋ ਸਕਦਾ ਹੈ ਫੈਮਿਲੀ 'ਚੋਂ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਹੀ ਰੱਖਿਆ ਸੀ ਕਿ ਹਾਂ ਕਿ ਨਹੀਂ ਮੈਂ ਹੀ ਆਪਣੇ ਹਸਬੈਂਡ ਲਈ ਅਗਰ ਕੁਝ ਕਰ ਸਕਦੀ ਹਾਂ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੋਏਗੀ ਤੇ ਫਿਰ ਇਸ ਤੋਂ ਅੱਗੇ ਕਿਵੇਂ ਸ਼ੁਰੂ ਫਿਰ ਜਿੱਦਾਂ ਡਾਕਟਰ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਦੇਖਦਿਆਂ ਸਾਰ ਕਹਿਤਾ ਫਿਜ਼ੀਕਲੀ ਕਿ ਹਾਂ 80% ਵੀ ਇਹ ਸਕਸੈਸਫੁਲ ਰਹਿ ਸਕਦੀ ਹੈ ਤੁਹਾਡੇ ਲਈ ਡੋਨਰ ਐਜ਼ ਅ ਡੋਨਰ ਜੀ ਬਟ ਉਹਨਾਂ ਨੇ ਕਿਹਾ ਫਿਰ ਵੀ ਸਾਨੂੰ ਸਾਰੇ ਇਹਨਾਂ ਦੇ ਬਲੱਡ ਟੈਸਟ ਜਾਂ ਸਾਰੇ ਟੈਸਟ ਕਰਵਾਉਣੇ ਪੈਣਗੇ ਉਹਨਾਂ ਨੇ ਇਹ ਕਿਹਾ ਵੀ ਸਿਰ ਤੋਂ ਪੈਰ ਤੱਕ ਪੂਰਾ ਇਹਨਾਂ ਨੂੰ ਛਾਣ ਦਾਂਗੇ ਮਤਲਬ ਪੂਰੇ ਟੈਸਟ ਕਰਾਉਣਗੇ ਵੀ ਅਗਰ ਤੁਹਾਡਾ ਬਲੱਡ ਗਰੁੱਪ ਵੀ ਸਾਡਾ ਬਾਈ ਚਾਂਸ AB ਪੋਜ਼ਿਟਿਵ ਸਾਡਾ ਦੋਨਾਂ ਦਾ ਹੀ ਹੈ ਔਰ ਅਗਰ ਇਹਨਾਂ ਦਾ ਲੀਵਰ ਮੈਚ ਕਰਦਾ ਤਾਂ ਬਹੁਤ ਅੱਛੀ ਗੱਲ ਹੈ ਉਸ ਤੋਂ ਬਾਅਦ ਜਦੋਂ ਇਹ ਹਾਂ ਹੋ ਜਾਂਦੀ ਆ ਤੁਸੀਂ ਟੈਸਟ ਵਗੈਰਾ ਕਰਾਉਣੇ ਆ ਕਿੰਨਾ ਲੰਬਾ ਪ੍ਰੋਸੈਸ ਚੱਲਦਾ ਹੈ ਤੇ ਫਾਈਨਲੀ ਜਦੋਂ ਤੁਸੀਂ ਹਸਪੀਟਲ ਜਾਂਦੇ ਆ ਉਹ ਸਭ ਮੈਂ ਜਾਣਨਾ ਚਾਹੁੰਦੀ ਆ ਕਿ ਕਿਵੇਂ ਉਹ ਸਾਰਾ ਕੁਝ ਹੋਇਆ
ਪਹਿਲਾਂ ਤਾਂ ਮੇਰੇ ਹਸਬੈਂਡ ਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਮੇਰਾ ਲੀਵਰ ਟ੍ਰਾਂਸਪਲਾਂਟ ਹੋਏਗਾ। ਉਹਨਾਂ ਨੂੰ ਇਹ ਸੀ ਕਿ ਮੈਂ ਹੀ ਠੀਕ ਹੋ ਜਾਵਾਂਗਾ, ਬਟ ਜਦੋਂ ਡਾਕਟਰ ਸੋਇਨ ਨੇ ਕਿਹਾ ਤਾਂ ਉਹਨਾਂ ਨੂੰ ਉਹਨਾਂ ਦੀ ਗੱਲ ਤੇ ਵਿਸ਼ਵਾਸ ਹੋ ਗਿਆ ਕਿ ਹਾਂ ਇਹ ਠੀਕ ਹੀ ਕਹਿ ਰਹੇ ਹੈ, ਅਗਰ ਮੈਂ ਬਚਣਾ ਤਾਂ ਮੈਨੂੰ ਲੀਵਰ ਟ੍ਰਾਂਸਪਲਾਂਟ ਕਰਾਉਣਾ ਹੀ ਚਾਹੀਦਾ ਹੈ ਜੀ। ਔਰ ਪੋਜ਼ਿਟਿਵ ਜਿੱਦਾਂ ਦੱਸਿਆ ਅਸੀਂ ਦੋਨੋਂ ਹੀ ਪੋਜ਼ਿਟਿਵ ਥਿੰਕਿੰਗ ਵਾਲੇ ਹੈਗੇ ਹਾਂ। ਹਾਂ, ਤਾਂ ਮਤਲਬ ਪਰਮਾਤਮਾ ਤੇ ਵੀ ਬਹੁਤ ਜ਼ਿਆਦਾ ਵਿਸ਼ਵਾਸ ਸੀ ਕਿ ਹਾਂ ਵੀ ਜੋ ਵੀ ਹੋਏਗਾ ਅੱਛਾ ਹੀ ਹੋਏਗਾ। ਇਹ ਸੋਚਦੇ ਹੋਏ ਬਸ ਫਿਰ ਅਸੀਂ ਵੀ ਗੋ ਅਹੈਡ। ਰੂਪਾ, ਜਦੋਂ ਇੱਕ ਸਾਰਾ ਇਹ ਲੰਬੇ ਪ੍ਰੋਸੈਸ ਵਿੱਚੋਂ ਨਿਕਲ ਰਹੇ ਹਾਂ ਤੇ ਬਿਨਾਂ ਸ਼ੱਕ ਹੋਰ ਕਿਸੇ ਵੀ ਚੀਜ਼ ਨਾਲੋਂ ਜਿਹੜੀ ਮਾਨਸਿਕ ਸਥਿਤੀ ਹੁੰਦੀ ਉਹ ਬੰਦੇ ਦੀ ਬਹੁਤ ਡਾਵਾਂਡੋਲ ਹੁੰਦੀ ਆ ਕਿ ਸਾਨੂੰ ਪਤਾ ਹੁੰਦਾ ਹੈ ਕਿ ਇੱਕ ਇਨਸਾਨ ਸਾਡੇ ਵਿੱਚੋਂ ਠੀਕ ਨਹੀਂ ਆ, ਉਹੀ ਸਾਡੇ ਘਰ ਦਾ ਧੁਰਾ ਹੈ, ਉਹੀ ਸਾਡੀ ਤਾਕਤ ਹੁੰਦਾ ਹੈ ਤੇ ਕਿਤੇ ਨਾ ਕਿਤੇ ਉਹਨੂੰ ਲਗਾਤਾਰ ਗਵਾਉਣ ਦਾ, ਉਹਦੇ ਚਲੇ ਜਾਣ ਦਾ ਡਰ ਜਿਹੜਾ ਸਿਰ ਦੇ ਉੱਤੇ ਬਣਿਆ ਰਹਿੰਦਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਦੇ ਹੋਏ, ਮਾਨਸਿਕ ਸਥਿਤੀ ਨੂੰ ਸਟਰੋਂਗ ਰੱਖਦੇ ਹੋਏ ਫਿਰ ਇੱਕੋ ਪੜਾਅ ਆਇਆ ਹੋਊਗਾ ਜਦੋਂ ਹਸਪੀਟਲ ਵਿੱਚ ਐਡਮਿਟ ਹੋਵੋਗੇ। ਮੈਨੂੰ ਸਭ ਤੋਂ ਹੈਰਾਨੀ ਵਾਲੀ ਔਰ ਜਿਹੜੀ ਤੁਹਾਡੀ ਚੜ੍ਹਦੀ ਕਲਾ ਵਾਲੀ ਗੱਲ ਲੱਗਦੀ ਹੈ ਕਿ ਚੰਗਾ ਭਲਾ ਬੰਦਾ, ਕੋਈ ਵੀ ਚੰਗਾ ਭਲਾ ਇਨਸਾਨ ਆਪਣੇ ਆਪ ਨੂੰ ਆਪਰੇਸ਼ਨ ਥੀਏਟਰ ਦੇ ਉਸ ਬੈੱਡ ਦੇ ਉੱਤੇ ਲੈ ਕੇ ਜਾਣਾ ਇਹ ਬਹੁਤ ਵੱਡੀ ਚੀਜ਼ ਆ। ਉਹ ਉਸ ਵੇਲੇ ਤੱਕ ਕਿਵੇਂ ਮਤਲਬ ਉੱਥੋਂ ਤੱਕ ਪਹੁੰਚੇ ਤੇ ਕੀ ਉਦੋਂ ਮਨ ਦੇ ਵਿੱਚ ਚੱਲ ਰਿਹਾ ਸੀ? ਮਨ ਵਿੱਚ ਡਰ ਤਾਂ ਬਿਲਕੁਲ ਨਹੀਂ ਸੀ, ਕਿਉਂਕਿ ਸਭ ਤੋਂ ਵੱਡਾ ਸਵਾਲ ਮੇਰੇ ਸਾਹਮਣੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਮੇਰੇ ਹਸਬੈਂਡ ਦੀ ਲਾਈਫ ਬਚ ਜੇ, ਕਿਉਂਕਿ ਅਗਰ ਉਹ ਹੈ ਤਾਂ ਅਸੀਂ ਹੈ। ਮੇਰੀ ਬੇਟੀ ਵੀ ਬਹੁਤ ਛੋਟੀ ਸੀ, ਮਤਲਬ ਸਾਡਾ ਸਹਾਰਾ ਕਹਿ ਲਓ ਜਾਂ ਸਾਰੇ ਫੈਮਿਲੀ ਨੂੰ ਲੋੜ ਸੀ ਮੇਰੇ ਹਸਬੈਂਡ ਦੀ। ਔਰ ਇਸ ਲਈ ਇਸ ਗੱਲ ਨੂੰ ਸੋਚਦੇ ਹੋਏ ਬਿਲਕੁਲ ਡਰ ਨਹੀਂ ਸੀ। ਮੇਰਾ ਸਭ ਤੋਂ ਵੱਡਾ ਮੇਰੇ ਅੱਗੇ ਇੱਕੋ ਮੋਟਿਵ ਸੀ ਵੀ ਕਿਸੇ ਨਾ ਕਿਸੇ ਤਰੀਕੇ ਚਾਹੇ ਮੈਨੂੰ ਕੁਝ ਹੋ ਜਾਏ ਪਰ ਇਹਨਾਂ ਦੀ ਜਾਨ ਬਚ ਜੇ। ਜਦੋਂ ਹਸਪੀਟਲ ਜਾਂਦੇ ਆ ਫਿਰ ਕੀ ਉੱਥੇ ਪੂਰੇ ਦਿਨ ਦੀ ਪ੍ਰਕਿਰਿਆ ਰਹੀ ਤੁਹਾਡੀ? ਮਤਲਬ ਹਸਪੀਟਲ ਵਿੱਚ ਡਾਕਟਰਸ ਨੇ ਸਾਡੇ ਦੋਨਾਂ ਦੇ ਬਲੱਡ ਟੈਸਟ ਕਰਵਾਏ, ਮਤਲਬ A to Z ਜੋ ਉਹਨਾਂ ਦੀ ਕੁਆਇਰੀਜ਼ ਸੀ ਉਹਨਾਂ ਨੇ ਕਲੀਅਰ ਕਰਵਾਈਆਂ। ਈਵਨ ਮੇਰੇ ਪੇਰੈਂਟਸ ਤੋਂ ਵੀ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਕੰਸੈਂਟ ਲਈ ਕਿ ਹਾਂ ਕਿ ਇਹ ਰੈਡੀ ਹੈ, ਕੋਈ ਜ਼ਬਰਦਸਤੀ ਤਾਂ ਨਹੀਂ ਹੈ, ਕਿਉਂਕਿ ਇਹ ਡੋਨਰ ਵਾਲਾ ਇੱਕ ਪ੍ਰੋਸੈਸ ਹੈ ਜਿਹਾ ਕਿ ਜੀ ਕਿ ਉਹਨਾਂ ਨੂੰ ਲੱਗਦਾ ਸੀ ਕਿਤੇ ਕੋਈ ਜ਼ਬਰਦਸਤੀ ਤਾਂ ਨਹੀਂ ਲੀਵਰ ਡੋਨੇਟ ਕਰਾ ਰਹੇ, ਇਸ ਲਈ ਉਹਨਾਂ ਨੇ ਮੇਰੇ ਪੇਰੈਂਟਸ ਦੀ ਔਰ ਮੇਰੀ ਦੋਨਾਂ ਦੀ ਮਤਲਬ ਕੰਸੈਂਟ ਲਈ। ਜਦੋਂ ਆਪਰੇਸ਼ਨ ਹੁੰਦਾ ਹੈ ਉਸ ਵੇਲੇ ਤੁਸੀਂ ਦੋਨੋਂ ਅਲੱਗ-ਅਲੱਗ ਹੋਵੋਗੇ ਬਿਨਾਂ ਸ਼ੱਕ, ਤੇ ਕਿੰਨੀ ਦੇਰ ਬਾਅਦ ਮਿਲੇ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਮੈਂ ਜੋ ਇਹ ਡਿਸੀਜਨ ਲਿਆ ਸੀ ਉਹ ਸਕਸੈਸਫੁਲ ਹੋ ਚੁੱਕਿਆ ਹੋਇਆ? ਜਿਸ ਦਿਨ ਲੀਵਰ ਟ੍ਰਾਂਸਪਲਾਂਟ ਹੋਣਾ ਸੀ 5 ਜੁਲਾਈ 2011 ਸੀ ਉਹ ਡੇਟ। ਔਰ ਸਵੇਰੇ ਜਦੋਂ ਸਰਜਰੀ ਲਈ ਲੈ ਕੇ ਜਾਣਾ ਸੀ ਮੈਂ ਅਲੱਗ ਰੂਮ ਵਿੱਚ ਸੀ ਦਾਖਲ ਔਰ ਮੇਰੇ ਹਸਬੈਂਡ ਅਲੱਗ ਰੂਮ 'ਚ ਐਡਮਿਟ ਸੀ, ਕਿਉਂਕਿ ਸਰਜਰੀ ਪੈਰਲਰ ਹੋਣੀ ਸੀ, ਕਿਉਂਕਿ ਮੈਂ ਹੀ ਡੋਨਰ ਹੈ, ਮੇਰਾ ਲੀਵਰ ਉਹਨਾਂ ਦੇ ਲੱਗਣਾ ਸੀ ਜੀ। ਤਾਂ ਫਿਰ ਡਾਕਟਰਸ ਨੇ ਇੱਕ ਵਾਰੀ ਅਸੀਂ ਦੋਨੋਂ ਆਪਸ 'ਚ ਮਿਲੇ ਸਰਜਰੀ ਤੋਂ ਪਹਿਲਾਂ, ਔਰ ਹਸਬੈਂਡ ਨੂੰ ਮੇਰੇ ਤਾਂ ਇਹ ਸੀ ਕਿ ਹਾਂ ਵੀ ਸ਼ਾਇਦ ਕਿ ਆਖਰੀ ਮੁਲਾਕਾਤ ਹੀ ਨਾ ਹੋਏ, ਕਿਉਂਕਿ ਦੋਨਾਂ ਨੇ ਇੰਨੀ ਵੱਡੀ ਸਰਜਰੀ ਵਿੱਚੋਂ ਨਿਕਲਣਾ ਸੀ ਜੀ। ਤਾਂ ਈਵਨ ਦੈਨ ਆਪਾਂ ਨੂੰ ਪਰਮਾਤਮਾ ਤੇ ਪੂਰਾ ਵਿਸ਼ਵਾਸ। ਜਦੋਂ ਤੁਸੀਂ ਮਿਲ ਰਹੇ ਸੀ ਕੀ ਗੱਲ ਹੋਈ ਉਦੋਂ? ਕੀ ਗੱਲ ਹੋਈ ਤਾਂ ਬਸ ਇਹੀ ਸੀ ਕਿ ਬਸ ਪੋਜ਼ਿਟਿਵ ਰਹਿਣਾ ਵੀ ਜੋ ਹੋਏਗਾ ਅੱਛਾ ਹੀ ਹੋਏਗਾ, ਵੀ ਇਹੀ ਸੀ ਮਨ ਵਿੱਚ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਨੂੰ ਐਡਮਿਟ ਕੀਤਾ ਉਹਨਾਂ ਨੇ, ਮੈਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਗਏ ਜੀ। ਔਰ ਉਸ ਤੋਂ ਬਾਅਦ ਤਾਂ ਸੈਡੇਟਿਵ ਦੇ ਦਿੰਦੇ, ਕੁਝ ਪਤਾ ਹੀ ਨਹੀਂ। ਉਸ ਤੋਂ ਬਾਅਦ ਜਦੋਂ ਫਿਰ ਇੱਕ ਦਿਨ ਬਾਅਦ ਹੋਸ਼ ਵਿੱਚ ਆਉਂਦੀ ਹੈ ਤਾਂ ਮੈਨੂੰ ਲੱਗਦਾ ਕਿ ਹਾਂ ਵੀ ਮੇਰੇ ਨਾਲ ਕੋਈ ਬਹੁਤ ਵੱਡੀ ਮਤਲਬ ਸਰਜਰੀ ਹੋਈ ਹੈ ਜੀ। ਔਰ ਮੈਂ ਅਲੱਗ ਐਡਮਿਟ ਸੀ, ਉਸ ICU 'ਚ ਸੀ, ਔਰ ਮੇਰੇ ਹਸਬੈਂਡ ਦੂਸਰੀ ਸਾਈਡ ਅਲੱਗ ICU 'ਚ ਸੀ ਜੀ। ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਮਿਲਦੇ ਆ ਤੁਸੀਂ? ਅਸੀਂ 1.5-2 ਦਿਨ ਬਾਅਦ ਮੇਰੇ ਹਸਬੈਂਡ ਡਾਕਟਰ ਮੇਰੇ ਕੋਲ ਆਉਂਦੇ ਕਿ ਤੁਹਾਡੇ ਹਸਬੈਂਡ ਤੁਹਾਨੂੰ ਮਿਲਣਾ ਚਾਹੁੰਦੇ ਹੈ ਜੀ। ਔਰ ਫਿਰ ਈਵਨ ਇਹ ਮੇਰੀ ਹਾਲਤ ਇਹ ਜੀ ਸੀ ਕਿ ਮੈਂ ਖੁਦ ਚੱਲ ਕੇ ਨਹੀਂ ਸੀ ਜਾ ਸਕਦੀ, ਜਿੱਦਾਂ ਮੈਂ ਬੈੱਡ 'ਤੇ ਹੀ ਸੀ ਉਸ ਟਾਈਮ, ਕਿਉਂਕਿ ਰਿਕਵਰ ਹੋਣ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ, ਹਾਲੇ ਤਾਂ 1-2 ਦਿਨ ਹੀ ਹੋਏ ਸੀ ਜੀ। ਫਿਰ ਮੈਨੂੰ ਵੀਲ ਚੇਅਰ 'ਤੇ ਉਹ ਲੈ ਕੇ ਗਏ ਤਾਂ ਹਸਬੈਂਡ ਤੱਕ ਮਤਲਬ ਉਹਨਾਂ ਦੇ ਗੇਟ ਤੱਕ ਸਿਰਫ ਉਹਨਾਂ ਨੇ ਵਿੰਡੋ 'ਚੋਂ ਮੈਨੂੰ ਦੇਖਿਆ ਕਿ ਹਾਂ ਉਹ ਠੀਕ ਹੈ, ਤਾਂ ਉਹਨਾਂ ਨੇ ਬਸ ਦੂਰ ਤੋਂ ਹੀ ਆਏ ਹੋਈ ਬਸ ਕਿ ਹਾਂ ਉਹ ਵੀ ਠੀਕ ਹੈ ਤਾਂ ਮੈਂ ਵੀ ਠੀਕ ਹੈ। ਮਨ ਨੂੰ ਬਹੁਤ ਜ਼ਿਆਦਾ ਤਸੱਲੀ ਹੋਈ ਕਿ ਚਲੋ ਜੋ ਵੀ ਹੋਇਆ ਬਹੁਤ ਅੱਛਾ ਹੋਇਆ। ਰੂਪ, ਇਹ ਪੂਰੀ ਇੱਕ ਕਹਿ ਸਕਦੇ ਹਾਂ ਕਿ ਜ਼ਿੰਦਗੀ ਦਾ ਇੱਕ ਉਹ ਵੀ ਪੜਾਅ ਸੀ ਜਦੋਂ ਕਹਿੰਦੇ ਹੁੰਦੇ ਕਿ ਜ਼ਿੰਦਗੀ ਤੁਹਾਡਾ ਇਮਤਿਹਾਨ ਲੈਂਦੀ ਹੈ ਤੇ ਤੁਸੀਂ ਤੈਅ ਕਰਦੇ ਹੋ, ਤੁਹਾਡੀ ਲਗਨ ਤੈਅ ਕਰਦੀ ਹੈ ਵੀ ਅਸੀਂ ਇਹਦੇ 'ਚੋਂ ਨਿੱਤਰ ਕੇ ਬਾਹਰ ਆਉਣਾ ਹੈ ਜਾਂ ਅਸੀਂ ਉਹਦੇ ਵਿੱਚ ਹੀ ਕਹਿੰਦੇ ਹੁੰਦੇ ਅਸਤ ਵਿਅਸਤ ਹੋ ਜਾਣਾ ਨਾ। ਇਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਕੀ ਪਤਾ ਸੀ ਤੁਹਾਨੂੰ ਕਿ ਆਰਗਨ ਡੋਨੇਸ਼ਨ ਕੀ ਚੀਜ਼ ਹੁੰਦੀ ਹੈ, ਕਿਸ ਤਰੀਕੇ ਨਾਲ ਇਹ ਵਰਕ ਕਰਦੀ ਹੈ? ਇਸ ਤੋਂ ਪਹਿਲਾਂ ਕੋਈ ਇਹਨਾਂ ਚੀਜ਼ਾਂ ਬਾਰੇ ਪਤਾ ਸੀ? ਇਸ ਤੋਂ ਪਹਿਲਾਂ
ਕਦੀ ਐਸੀ ਚੀਜ਼ ਨਾਲ ਕਦੀ ਵਾਈ ਨਹੀਂ ਪਿਆ, ਨਾ ਕਦੀ ਸੁਣਿਆ ਸੀ ਆਰਗਨ ਡੋਨੇਸ਼ਨ ਕੀ ਹੈ। ਬਲੱਡ ਡੋਨੇਸ਼ਨ ਤੱਕ ਸੁਣਿਆ ਸੀ ਕਿ ਬਲੱਡ ਡੋਨੇਸ਼ਨ ਕੁਝ ਹੁੰਦਾ ਹੈ, ਔਰ ਬਲੱਡ ਡੋਨੇਟ ਮੈਂ ਕਈ ਵਾਰੀ ਕਰਿਆ ਸੀ ਕਾਲਜ ਵਿੱਚ ਵੀ, ਜਿੱਦਾਂ ਮੈਂ ਐਨਸੀਸੀ ਵੀ ਲੈ ਰੱਖੀ ਸੀ। ਮੈਨੂੰ ਸਿਰਫ ਬਲੱਡ ਡੋਨੇਸ਼ਨ ਦੀ ਹੀ ਪੂਰੀ ਜਾਣਕਾਰੀ ਸੀ, ਆਰਗਨ ਡੋਨੇਸ਼ਨ ਬਾਰੇ ਹਲੇ ਇੰਨਾ ਕੁਝ ਨਹੀਂ ਸੀ ਪਤਾ ਕਿ ਆਰਗਨ ਡੋਨੇਸ਼ਨ ਕੀ ਹੁੰਦੀ ਹੈ। ਔਰ ਇਹ ਜ਼ਿੰਦਗੀ ਨੇ ਜਿਹੜਾ ਇੰਨਾ ਵੱਡਾ ਇਮਤਿਹਾਨ ਤੁਹਾਡੇ ਸਾਹਮਣੇ ਕੀਤਾ, ਤੇ ਉਸ ਤੋਂ ਬਾਅਦ ਸਭ ਤੋਂ ਖੂਬਸੂਰਤ ਚੀਜ਼ ਕੀ ਹੋਈ ਜਦੋਂ ਤੁਸੀਂ ਤੰਦਰੁਸਤ ਹੋ ਕੇ ਦੋਨੋਂ ਜਾਣੇ ਘਰ ਆ ਜਾਂਦੇ ਆ, ਕਿ ਜ਼ਿੰਦਗੀ ਦੇ ਵਿੱਚ ਕੁਝ ਨਵੀਂ ਚੀਜ਼, ਕੋਈ ਖੂਬਸੂਰਤ ਚੀਜ਼ ਹੋਈ? ਸਰਜਰੀ ਹੋਣ ਤੋਂ ਬਾਅਦ ਪਹਿਲਾਂ ਤਾਂ ਇਹ ਚੀਜ਼ ਸੀ ਕਿ ਹਸਬੈਂਡ ਮੇਰੇ ਬਿਲਕੁਲ ਠੀਕ ਹੋ ਗਏ, ਇੰਨਾ ਹੀ ਕਾਫੀ ਸੀ ਜੀ। ਬਟ ਮੈਂ ਐਡਮਿਟ ਸੀ, ਮੈਨੂੰ ਨਹੀਂ ਪਤਾ ਚੱਲਿਆ। ਜਦੋਂ ਮੈਨੂੰ ਛੁੱਟੀ ਹੋਈ ਮੈਂ ਘਰ ਆਈ, ਉਦੋਂ ਮੈਨੂੰ ਪਤਾ ਚੱਲਿਆ ਕਿ ਉਸ ਤੋਂ ਬਾਅਦ ਵੀ ਮੇਰੇ ਹਸਬੈਂਡ ਨੂੰ ਕੰਪਲਿਕੇਸ਼ਨ ਆ ਗਈ ਸੀ ਹਸਪੀਟਲ ਵਿੱਚ ਹੀ। ਜਿੱਦਾਂ 5 ਤਰੀਕ ਨੂੰ ਸਰਜਰੀ ਹੋਈ ਸੀ ਤਾਂ 4 ਦਿਨ ਬਾਅਦ ਉਹਨਾਂ ਨੂੰ HAT ਪ੍ਰੋਬਲਮ ਹੈ, ਹੈਪੈਟਿਕ ਆਰਟਰੀ ਥ੍ਰੋਮਬੋਸਿਸ ਪ੍ਰੋਬਲਮ ਹੋ ਗਈ ਉਹਨਾਂ ਨੂੰ। ਕਿਉਂਕਿ ਮੈਂ ਵੀ ਇੱਕਦਮ ਸਰਜਰੀ ਵਿੱਚੋਂ ਨਿਕਲੀ ਸੀ, ਮੈਂ ਰਿਕਵਰੀ ਸਟੇਜ ਵਿੱਚ ਸੀ, ਮੈਨੂੰ ਕਿਸੇ ਨੇ ਦੱਸਿਆ ਨਹੀਂ ਸੀ ਵੀ ਇਹ ਵੀ ਪ੍ਰੋਬਲਮ ਹੈ। ਮੈਂ ਦੇਖਦੀ ਹੁੰਦੀ ਸੀ ਸਾਰੇ ਪਾਠ ਕਰ ਰਹੇ ਹੈ, ਕਿਉਂ ਕਰ ਰਹੇ ਹੈ, ਤਾਂ ਮੈਨੂੰ ਬਾਅਦ ਵਿੱਚੋਂ ਦੱਸਿਆ, ਮੇਰੇ ਘਰ ਵਾਲਿਆਂ ਨੇ, ਇਨ-ਲॉज ਨੇ ਦੱਸਿਆ ਕਿ ਹਾਂ ਉਹਨਾਂ ਨੂੰ ਇਹ ਪ੍ਰੋਬਲਮ ਹੋ ਗਈ ਹੈ, ਕਿ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਸਟਿਚ ਵਗੈਰਾ ਦੁਆਰਾ ਖੋਲ ਕੇ ਉਹਨਾਂ ਦੀ ਮਤਲਬ ਜੋ ਪ੍ਰੋਬਲਮ ਆਈ ਸੀ ਉਹਨੂੰ ਠੀਕ ਕੀਤਾ। ਤਾਂ ਈਵਨ ਉਸ ਤੋਂ ਬਾਅਦ ਵੀ ਉਹ ਠੀਕ ਹੋ ਗਏ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸੀ। ਔਰ ਜਿਸ ਤਰ੍ਹਾਂ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਸੀ, ਉਦਾਂ ਹੀ ਸਭ ਕੁਝ ਠੀਕ ਹੋਇਆ। ਫਿਰ ਜ਼ਿੰਦਗੀ 'ਚ ਹੁੰਦਾ ਕਿ ਪਹਿਲਾਂ ਤੁਸੀਂ ਪਰਿਵਾਰ ਦੇ 3 ਮੈਂਬਰ ਸੀ ਤੇ ਉਸ ਤੋਂ ਬਾਅਦ ਤੁਸੀਂ 4 ਮੈਂਬਰ ਹੋ ਜਾਂਦੇ ਆ। ਇਹ ਸਰਜਰੀ ਤੋਂ ਬਾਅਦ ਅਸੀਂ 2 ਮਹੀਨੇ ਗੁੜਗਾਉਂ ਰਹੇ, ਇੱਥੇ ਫਲੈਟ ਰਹਿ ਕੇ। ਔਰ ਮੇਰੀ ਬੇਟੀ ਕਮ ਸੇ ਕਮ ਸਾਡੇ ਤੋਂ 2-2.5 ਮਹੀਨੇ ਅਲੱਗ ਰਹੀ ਆਪਣੇ ਦਾਦਾ ਦਾਦੀ ਚਾਚਾ ਚਾਚੀ ਕੋਲ। ਔਰ ਉਸ ਤੋਂ ਬਾਅਦ ਜਦੋਂ ਅਸੀਂ ਘਰ ਆਉਂਦੇ ਹਾਂ ਸਰਜਰੀ ਤੋਂ ਬਾਅਦ, ਉਦੋਂ ਮੇਰੀ ਬੇਟੀ ਦਾ ਬਰਥਡੇ ਹੁੰਦਾ 26 ਅਗਸਤ ਨੂੰ। ਇੱਕ ਦਿਨ ਪਹਿਲਾਂ ਅਸੀਂ ਘਰ ਪਹੁੰਚਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਅਸੀਂ ਖੁਸ਼ੀ ਮਨਾਈ ਇਕੱਠੇ ਹੋ ਕੇ, ਉਹ ਮੇਰੀ ਬੇਟੀ ਦਾ ਬਰਥਡੇ ਸੀ। ਹਾਂਜੀ, ਮਤਲਬ ਅਸੀਂ ਇੱਕ ਤਰ੍ਹਾਂ ਦਾ ਉਹਨੂੰ ਸਰਪ੍ਰਾਈਜ਼ ਹੀ ਦਿੱਤਾ ਸੀ ਵੀ ਅਸੀਂ ਉਹਦੇ ਬਰਥਡੇ ਤੇ ਆ ਗਏ ਹਾਂ ਘਰ। ਕੀ ਬਾਤ ਹੈ। ਤੇ ਉਸ ਤੋਂ ਬਾਅਦ ਬੇਟੇ ਦਾ ਜਨਮ ਕਦੋਂ ਹੁੰਦਾ ਹੈ? ਬੇਟੇ ਦਾ ਜਨਮ 2014 ਵਿੱਚ ਹੋਇਆ ਜੀ। ਮਤਲਬ ਇਹ ਤਾਂ ਸਮਝ ਲਓ ਸਾਡੀ ਜਿਹੜੀ ਲਾਈਫ ਵਿੱਚ ਇੱਕ ਮਿਰਾਕਲ ਹੀ ਹੋਇਆ। ਹਾਂ, ਅਦਰਵਾਈਜ਼ ਤਾਂ ਅਸੀਂ ਕਦੀ ਬੇਟੇ ਬਾਰੇ ਸੋਚਿਆ ਹੀ ਨਹੀਂ ਸੀ ਕਿ ਹਾਂ ਵੀ ਸਾਡੇ ਘਰ 'ਚ ਬੇਟਾ ਵੀ ਆਏਗਾ। ਮਤਲਬ ਇਹ ਸਭ ਦਾ ਸ਼੍ਰੇਅ ਮੈਂ ਡਾਕਟਰ ਅਰਵਿੰਦਰ ਸੋਇਨ ਨੂੰ ਦਿੰਦੀ ਹਾਂ। ਉਹ ਸਾਡੇ ਲਈ ਸੈਕਿੰਡ ਗੋਡ ਹੈ। ਉਹਨਾਂ ਨੇ ਮੇਰੇ ਹਸਬੈਂਡ ਦੀ ਮਤਲਬ ਇੱਕ ਤਰ੍ਹਾਂ ਜਾਨ ਬਖਸ਼ੀ ਹੈ ਕਹਿ ਲਓ। ਔਰ ਸਾਨੂੰ ਲਾਈਫ ਦੇ ਸਾਡੇ ਲਾਈਫ ਦੇ ਜਿਹੜੇ ਮਾਇਨੇ ਹੀ ਬਦਲ ਗਏ ਹੈ ਬਿਲਕੁਲ। ਰੂਪਾ, ਤੁਸੀਂ ਹੁਣ ਜ਼ਿੰਦਗੀ ਦਾ ਮਕਸਦ ਹੀ ਬਣਾ ਲਿਆ, ਤੁਸੀਂ ਦੋਨੋਂ ਮੀਆਂ ਬੀਬੀ ਕੰਮ ਕਰਦੇ ਹੋ, ਪਰ ਉਹਦੇ ਨਾਲ ਨਾਲ ਮੈਂ ਦੇਖਿਆ ਕਿ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਕਿਤੇ ਇਕੱਠ ਆਰਗੇਨਾਈਜ਼ ਕਰ ਸਕਦੇ ਆ ਜਾਂ ਆਰਗੇਨਾਈਜ਼ ਹੋਇਆ ਹੁੰਦਾ, ਤੇ ਤੁਸੀਂ ਉੱਥੇ ਟਾਈਮ ਲੈ ਕੇ, ਟਾਈਮ ਕੱਢ ਕੇ, ਆਪਣਾ ਖਰਚਾ ਕਰਕੇ ਤੁਸੀਂ ਅਵੇਅਰਨੈਸ ਫੈਲਾ ਰਹੇ ਹੋ, ਗੱਲਬਾਤ ਕਰ ਰਹੇ ਹੋ, ਲੋਕਾਂ ਨੂੰ ਦੱਸ ਰਹੇ ਹੋ ਕਿ ਜਿਹੜੇ ਆਰਗਨ ਡੋਨੇਟ ਕਰਨੇ ਕਿੰਨੇ ਇੰਪੋਰਟੈਂਟ ਆ। ਇਹ ਜ਼ਿੰਦਗੀ ਦਾ ਮਕਸਦ ਫਿਰ ਕਿਵੇਂ ਬਣ ਗਿਆ? ਸਰਜਰੀ ਤੋਂ ਬਾਅਦ ਹੀ ਜਦੋਂ ਮੈਂ ਦੇਖਿਆ ਕਿ ਮੇਰੀ ਲਾਈਫ ਵਿੱਚ ਇੰਨੀ ਚੇਂਜ ਆ ਗਈ ਹੈ, ਸਿਰਫ ਆਰਗਨ ਡੋਨੇਸ਼ਨ ਦੀ ਵਜ੍ਹਾ ਕਰਕੇ ਹੀ ਮੇਰਾ ਲਾਈਫ ਸਟਾਈਲ ਬਿਲਕੁਲ ਚੇਂਜ ਹੋ ਗਿਆ। ਮਤਲਬ ਐਵਰੀਥਿੰਗ, ਮਤਲਬ ਤੁਸੀਂ ਕਹਿ ਰਹੇ ਹੋ ਕਿ ਸਾਡੀ ਚੇਂਜ ਹੋਈ ਲਾਈਫ ਤੋਂ ਬਾਅਦ, ਸਾਰਾ ਕੁਝ ਬਹੁਤ ਪੋਜ਼ਿਟਿਵ ਹੁੰਦਾ ਗਿਆ। ਇਹ ਦੇਖਦੇ ਹੋਏ ਕਿ ਮੇਰੀ ਲਾਈਫ ਵਿੱਚ ਆਰਗਨ ਡੋਨੇਸ਼ਨ ਨੇ ਇੰਨੀ ਤਬਦੀਲੀ ਲਿਆਂਦੀ ਹੈ, ਤਾਂ ਦੁਨੀਆ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਆਰਗਨਸ ਦੀ ਲੋੜ ਹੈ। ਇੰਡੀਆ ਵਿੱਚ ਹਰ ਸਾਲ 5 ਲੱਖ ਦੇ ਕਰੀਬ ਲੋਕ ਮਰਦੇ हैं ਜਿਨ੍ਹਾਂ ਨੂੰ ਆਰਗਨ ਨਹੀਂ ਮਿਲਦਾ ਜੀ। ਤਾਂ ਫਿਰ ਇसी ਸਟੱਡੀ ਵਾਸਤੇ ਜਾਂ ਇसी ਨੂੰ ਦੇਖਦੇ ਹੋਏ ਮੈਂ ਔਰ ਮੇਰੇ ਹਸਬੈਂਡ ਨੇ ਆਪਣੀ ਲਾਈਫ ਦਾ ਇਹ ਮਿਸ਼ਨ ਹੀ ਬਣਾਇਆ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਆਰਗਨ ਡੋਨੇਸ਼ਨ ਲਈ ਪ੍ਰੇਰਿਤ ਕਰਨਾ ਹੈ। ਕਿਉਂਕਿ ਆਪਣੇ ਦੇਸ਼ ਵਿੱਚ, ਭਾਰਤ ਵਿੱਚ ਬਹੁਤ ਸਾਰੇ ਜਿਹੜੇ ਹੈ ਮਿਥਸ ਹੈ ਕਹਿ ਲਓ ਆਰਗਨ ਡੋਨੇਸ਼ਨ ਦੇ ਪ੍ਰਤੀ, ਉਹਨਾਂ ਨੂੰ ਪਤਾ ਹੀ ਨਹੀਂ ਆਰਗਨ ਡੋਨੇਸ਼ਨ ਕੀ ਹੁੰਦੀ ਹੈ। ਕਈਆਂ ਨੂੰ ਤਾਂ ਇਹ ਲੱਗਦਾ ਕਿ ਹਾਂ ਅਸੀਂ ਆਰਗਨ ਡੋਨੇਸ਼ਨ ਲਈ ਪਲੈਜ ਕੀਤਾ ਤਾਂ ਇਟ ਮੀਨਸ ਕਿ ਸਾਡੇ ਆਰਗਨ ਹੀ ਕੱਢ ਲੈਣੇ ਆ, ਜਦ ਕਿ ਐਵੇਂ ਨਹੀਂ ਹੈ ਜੀ। ਤਾਂ ਫਿਰ ਵੱਧ ਤੋਂ ਵੱਧ ਸਾਡੀ ਲਾਈਫ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਜਾ ਕੇ ਇਸ ਅਗਿਆਨਤਾ ਤੋਂ ਦੂਰ ਕਰਨਾ ਕਿ ਆਰਗਨ ਡੋਨੇਸ਼ਨ ਕੋਈ ਗਲਤ ਚੀਜ਼ ਨਹੀਂ ਹੈ, ਇਸ ਨਾਲ ਤੁਸੀਂ ਕਿਸੇ ਨੂੰ ਲਾਈਫ ਦੇ ਸਕਦੇ ਹੋ। ਪਹਿਲਾਂ ਇਹ ਲੱਗ ਰਿਹਾ ਸੀ ਕਿ ਜ਼ਿੰਦਗੀ 'ਚ ਕੁਝ ਗਵਾਚ ਜਾਊਗਾ, ਤੁਸੀਂ ਇਕੱਲੇ ਰਹਿ ਜਾਓਗੇ ਜਾਂ ਤੁਸੀਂ ਮਾਂ ਧੀ ਹੀ ਦੋਨੋਂ ਜਾਣੀਆਂ ਰਹਿ ਜਾਓਗੇ। ਉਸ ਤੋਂ ਬਾਅਦ ਤੁਸੀਂ ਹਿੰਮਤ ਦਿਖਾਉਂਦੇ ਹੋ, ਡਾਕਟਰ ਤੁਹਾਡੀ ਹੈਲਪ ਕਰਦੇ ਆ, ਤੇ ਤੁਸੀਂ ਕਹਿ ਸਕਦੇ ਆ ਕਿ ਪਰਿਵਾਰ ਨੂੰ 2 ਜਿੱਥੇ ਲੱਗਦਾ ਸੀ ਵੀ 2 ਜਾਣੇ ਰਹਿ ਜਾਣਗੇ, ਤੁਸੀਂ 4 ਜਾਣੇ ਕਰ ਲਏ, ਹੈ ਨਾ। ਤੇ ਉਸ ਤੋਂ ਬਾਅਦ ਤੁਸੀਂ ਵਿਦੇਸ਼ ਵੀ ਜਾਂਦੇ ਹੋ ਸਿਰਫ ਇਸ ਚੀਜ਼ ਦੀ ਵਜ੍ਹਾ ਕਰਕੇ, ਉਹਦੇ ਬਾਰੇ ਵੀ ਦੱਸੋ। ਜਿੱਦਾਂ ਮੈਂ ਦੱਸਿਆ ਕਿ ਆਰਗਨ ਡੋਨੇਸ਼ਨ ਸਾਡੀ ਲਾਈਫ ਦਾ ਮਿਸ਼ਨ ਬਣ ਚੁੱਕਿਆ ਹੈ। ਇਹਨੂੰ ਅਸੀਂ ਸੋਚਿਆ ਕਿ ਸਿਰਫ ਭਾਰਤ ਤੱਕ ਹੀ ਨਹੀਂ, ਵਰਲਡ ਲੈਵਲ ਤੱਕ ਫੈਲਾਉਣਾ ਹੈ ਜੀ। ਬਾਈ ਚਾਂਸ ਮੈਨੂੰ ਮੌਕਾ ਮਿਲਿਆ, ਅਮਰੀਕਾ ਦੀਆਂ ਹੀ 2 ਲੇਡੀਜ਼ ਹੈ, ਕੇਟ ਐਂਡ ਲੌਰੀ, ਉਹਨਾਂ ਨੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਸ਼ਿਕਾਗੋ ਵਿੱਚ, ਜਿਸ ਵਿੱਚ ਮਤਲਬ ਵਰਲਡ ਲੈਵਲ ਦੇ ਸਾਰੇ ਲਿਵਿੰਗ ਆਰਗਨ ਡੋਨਰਸ ਇਕੱਠੇ ਹੋਣੇ ਸੀਗੇ ਜੀ। ਮਤਲਬ ਇਹ ਇੱਕ
ਮਤਲਬ ਵਰਲਡ ਲੈਵਲ ਦਾ ਹੀ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਸੀ ਜਿਹਦੇ ਵਿੱਚ ਸਾਰੇ ਵਰਲਡ ਤੋਂ ਲਿਵਿੰਗ ਆਰਗਨ ਡੋਨਰਸ ਇਕੱਠੇ ਹੋਣੇ ਸੀ। ਜੀ। ਮਤਲਬ ਉਹ ਦੋ ਲੇਡੀਜ਼ ਵੀ ਜੋ ਸੀਗੀਆਂ ਉਹਨਾਂ ਨੇ ਸਿਰਫ ਅਨਨੋਨ ਪਰਸਨਸ ਨੂੰ ਆਪਣੀ ਕਿਡਨੀਜ਼ ਡੋਨੇਟ ਕੀਤੀਆਂ ਹੋਈਆਂ। ਤਾਂ ਸਾਨੂੰ ਮੌਕਾ ਮਿਲਿਆ ਉੱਥੇ ਕਮ ਸੇ ਕਮ 400 ਤੋਂ ਉੱਪਰ 410 ਦੇ ਕਰੀਬ ਲਿਵਿੰਗ ਆਰਗਨ ਡੋਨਰਸ ਇਕੱਠੇ ਹੋਏ ਔਰ ਸਾਰਿਆਂ ਨੂੰ ਗਿਨੀਜ਼ ਵਰਲਡ ਰਿਕਾਰਡ ਮਤਲਬ ਸਾਰਿਆਂ ਨੇ ਇਕੱਠੇ ਹੋ ਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਔਰ ਲੋਕਾਂ ਨੂੰ ਵੱਧ ਤੋਂ ਵੱਧ ਆਰਗਨ ਡੋਨੇਸ਼ਨ ਲਈ ਅੱਗੇ ਆਉਣ ਲਈ ਮੋਟੀਵੇਟ ਕੀਤਾ। ਰੂਪਾ, ਮੇਰਾ ਲਾਸਟ ਜਿਹੜਾ ਸਵਾਲ ਹੈ ਕਿ ਤੁਸੀਂ ਇਹ ਦੇਖਿਆ ਕਿ ਕਿਉਂਕਿ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਸੀ, ਤੁਹਾਨੂੰ ਇੱਕ ਡਰ ਪੈ ਗਿਆ ਸੀਗਾ ਕਿ ਅਸੀਂ ਆਪਣਾ ਇੱਕ ਕੀਮਤੀ ਇਨਸਾਨ ਜਿਹੜਾ ਹੈਗਾ, ਕੀਮਤੀ ਜਾਨ ਜਿਹੜੀ ਆ ਗਵਾ ਸਕਦੇ ਹਾਂ ਨਾ, ਪਰ ਤੁਸੀਂ ਹੁਣ ਦੇਖਿਆ ਕਿ ਜਿਹੜਾ ਆਰਗਨ ਡੋਨੇਟ ਕਰਨ 'ਚ ਜਾਂ ਜੇ ਪੰਜਾਬੀ 'ਚ ਗੱਲ ਹੈਗੀ ਕਿ ਅੰਗ ਦਾਨ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਜਿਹੜਾ ਕੋਈ ਕਹਿ ਸਕਦੇ ਹਾਂ ਕਿ ਕੋਈ ਘਾਟਾ ਨਹੀਂ ਪਿਆ, ਪਰ ਤੁਸੀਂ ਇੱਕ ਜ਼ਿੰਦਗੀ ਜਿਹੜੀ ਆ ਬਚਾ ਲਈ ਹੋਈ ਆ। ਕਿੰਨਾ ਜ਼ਰੂਰੀ ਆ ਜੇ ਭਾਰਤ ਦੇ ਵਿੱਚ ਦੀ ਗੱਲ ਕਰੀਏ ਜਾਂ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਕਿ ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਮਰਨ ਤੋਂ ਬਾਅਦ ਵੀ ਅਸੀਂ ਜਿਹੜੇ ਆ ਸਰੀਰ ਦੇ ਅੰਗ ਦਾਨ ਕਰਨ 'ਚ ਦਿਲਚਸਪੀ ਨਹੀਂ ਰੱਖਦੇ ਕਿਉਂਕਿ ਬਹੁਤ ਸਾਰੀਆਂ ਰੂੜੀਵਾਦੀ ਜਿਹੜੀਆਂ ਮਿੱਥਾਂ ਜਿਹੜੀਆਂ ਹੈਗੀਆਂ ਸਾਡਾ ਪਿੱਛਾ ਨਹੀਂ ਛੱਡਦੀਆਂ। ਕਿੰਨਾ ਜ਼ਰੂਰੀ ਔਰ ਕਿੰਨੀ ਮਹੱਤਤਾ ਹੈਗੀ ਆ ਇਸ ਚੀਜ਼ ਦੀ, ਜੇ ਤੁਸੀਂ ਆਪਣੇ ਸ਼ਬਦਾਂ 'ਚ ਆਪਣੇ ਤਜਰਬੇ ਤੋਂ ਕਹੋ ਤੇ ਕੀ ਕਹੋਗੇ ਇਹਦੇ ਬਾਰੇ 'ਚ? ਆਰਗਨ ਡੋਨੇਸ਼ਨ ਦੇ ਬਾਰੇ ਜਿੱਦਾਂ ਤੁਸੀਂ ਦੱਸਿਆ ਮਿਥਸ ਤਾਂ ਬਹੁਤ ਹੈ, ਲੋਕਾਂ ਨੂੰ ਬਹੁਤ ਡਰ ਹੈ, ਲੋਕਾਂ ਨੂੰ ਜਾਣਕਾਰੀ ਨਹੀਂ ਹੈ ਇਸ ਬਾਰੇ, ਅਗਿਆਨਤਾ ਬਹੁਤ ਹੈ। ਲੋਕਾਂ ਨੂੰ ਲੱਗਦਾ ਹੈ ਕਿ ਅਗਰ ਉਹ ਆਰਗਨ ਡੋਨੇਟ ਕਰਨਗੇ ਈਵਨ ਮਰਨ ਤੋਂ ਬਾਅਦ ਤਾਂ ਕਿ ਅਸੀਂ ਅਗਲੇ ਜਨਮ ਵਿੱਚ ਬਿਨਾਂ ਆਰਗਨ ਤੋਂ ਪੈਦਾ ਹੋਵਾਂਗੇ। ਅਗਰ ਅਸੀਂ ਅੱਖਾਂ ਦਾਨ ਕਰਤੀਆਂ ਅਸੀਂ ਅੰਨੇ ਨਾ ਪੈਦਾ ਹੋਈਏ। ਮਤਲਬ ਕਈਆਂ ਨੂੰ ਲੱਗਦਾ ਕਿ ਸਾਡਾ ਫਿਜ਼ੀਕਲ ਸਟਰਕਚਰ ਵੀ ਉਹਦੀ ਸ਼ੇਪ ਖਰਾਬ ਹੋ ਜਾਏਗੀ। ਮਤਲਬ ਇਹਨਾਂ ਮਿਥਸ ਨੂੰ ਤੋੜਨਾ ਮੇਰਾ ਮਕਸਦ ਹੈ। ਜਿੱਥੇ ਵੀ ਅਸੀਂ ਜਾਂਦੇ ਹਾਂ ਤਾਂ ਲੋਕਾਂ ਨੂੰ ਦੱਸਦੇ ਹਾਂ ਕਿ ਇਹ ਸਿਰਫ ਮਿਥ ਹੈ, ਅਸਲੀਅਤ ਵਿੱਚ ਕੁਝ ਨਹੀਂ ਹੁੰਦਾ। ਤੁਹਾਡੇ ਸਾਹਮਣੇ ਮੈਂ ਇੱਕ ਐਗਜ਼ਾਮਪਲ ਹੈ, ਅਗਰ ਮੈਂ ਜਿੰਦਾ ਰਹਿ ਕੇ ਆਰਗਨ ਡੋਨੇਟ ਕਰਕੇ ਬਹੁਤ ਅੱਛੀ ਲਾਈਫ ਜੀ ਸਕਦੀ ਹਾਂ ਤਾਂ ਮਰਨ ਤੋਂ ਬਾਅਦ ਤਾਂ ਸਾਨੂੰ ਪਤਾ ਹੀ ਨਹੀਂ ਚੱਲਣਾ ਸਾਡੀ ਲਾਈਫ ਨਾਲ ਕੀ ਹੋ ਰਿਹਾ, ਅਸੀਂ ਸੜ ਰਹੇ ਹਾਂ ਜਾਂ ਅਸੀਂ ਮਿੱਟੀ ਵਿੱਚ ਦਬਾਏ ਜਾ ਰਹੇ ਹਾਂ। ਤਾਂ ਕਿਉਂ ਨਾ ਵੀ ਅਸੀਂ ਜਾਂਦੇ ਜਾਂਦੇ ਆਪਣੇ ਆਰਗਨ ਡੋਨੇਟ ਕਰਕੇ ਜਾਈਏ ਤਾਂ ਜੋ ਕਿਸੇ ਨੂੰ ਬਹੁਤ ਸਾਰੇ ਅਸੀਂ ਹਸਪੀਟਲਸ ਜਾਂਦੇ ਹਾਂ ਜਿਨ੍ਹਾਂ ਨੂੰ ਅਸੀਂ ਤੜਫਦੇ ਦੇਖਦੇ ਹਾਂ, ਕੋਈ ਕਿਸੇ ਨੂੰ ਕਿਡਨੀ ਨਹੀਂ ਮਿਲ ਰਹੀ, ਕੋਈ ਅੱਖਾਂ ਤੋਂ ਅੰਨਾ, ਤਾਂ ਕਿੰਨੀ ਅੱਛੀ ਗੱਲ ਹੋਏਗੀ ਅਗਰ ਅਸੀਂ ਦੇਖਾਂਗੇ ਕਿ ਹਾਂ ਸਾਡੀਆਂ ਅੱਖਾਂ ਮਰਨ ਤੋਂ ਬਾਅਦ ਨਾਲ ਕੋਈ ਆਪਣੀ ਅੱਖ ਦੇਖ ਰਿਹਾ, ਕੋਈ ਬਜ਼ੁਰਗ ਲੇਡੀ ਹੈ ਆਪਣੇ ਬੱਚੇ ਨੂੰ ਦੇਖ ਪਾ ਰਹੀ ਹੈ ਜਾਂ ਕੋਈ ਬੱਚਾ ਆਪਣੀ ਮਾਂ ਨੂੰ ਦੇਖ ਪਾ ਰਿਹਾ ਅੱਖਾਂ ਲੈ ਕੇ। ਔਰ ਅਗਰ ਲੀਵਰ ਡੋਨੇਟ ਕੀਤਾ ਤਾਂ ਤੁਸੀਂ ਕਿੰਨੇ ਪਰਿਵਾਰ ਦੇ ਮਤਲਬ ਸਮਝ ਲਓ ਸਿਰਫ ਇੱਕ ਬੰਦੇ ਨੂੰ ਹੀ ਆਰਗਨ ਡੋਨੇਟ ਨਹੀਂ ਕੀਤਾ, ਤੁਸੀਂ ਸਾਰਿਆਂ ਦੀ ਲਾਈਫ ਬਹੁਤ ਅੱਛੀ ਕਰਤੀ। ਕਿਉਂਕਿ ਅਗਰ ਇੱਕ ਪੇਸ਼ੈਂਟ ਹੈ ਘਰ ਵਿੱਚ ਤਾਂ ਸਾਰੇ ਹੀ ਉਹਦੇ ਕੇਅਰ ਟੇਕਰ ਹੁੰਦੇ ਹੈ, ਸਭ ਕਿਸੇ ਨਾ ਕਿਸੇ ਚੀਜ਼ ਵਿੱਚ ਉਲਝੇ ਹੁੰਦੇ ਹੈ। ਬਟ ਅਗਰ ਉਹੀ ਬੰਦਾ ਅਗਰ ਨਾਰਮਲ ਹੋ ਜਾਂਦਾ, ਹੈਲਦੀ ਹੋ ਜਾਂਦਾ ਤਾਂ ਅਸੀਂ ਸਮਝ ਲਓ ਪੂਰੇ ਪਰਿਵਾਰ ਨੂੰ ਹੀ ਇੱਕ ਬਹੁਤ ਅੱਛੀ ਲਾਈਫ ਪ੍ਰੋਵਾਈਡ ਕਰ ਸਕਦੇ ਹਾਂ ਆਰਗਨ ਡੋਨੇਟ ਕਰਕੇ। ਰੂਪਾ, ਅਸੀਂ ਫਿਲਮਾਂ ਦੇ ਵਿੱਚ ਆਮ ਹੀ ਦੇਖਦੇ ਹੁੰਦੇ ਹਾਂ ਕਿ ਡਾਇਲੌਗ ਬੋਲੇ ਜਾਂਦੇ ਆ ਕਿ ਅਸੀਂ ਕਿਵੇਂ ਕਿ ਜੇ ਕੋਈ ਭਗਵਾਨ ਕਿਸੇ ਦੀ ਜਾਨ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਵੀ ਅਸੀਂ ਉਹਦੇ ਤੋਂ ਵਾਪਸ ਲੈ ਆਵਾਂਗੇ, ਪਰ ਅਸਲੀਅਤ ਦੇ ਵਿੱਚ ਵੀ ਇਹ ਚੀਜ਼ਾਂ ਵਾਪਰਦੀਆਂ ਔਰ ਜੋ ਤੁਸੀਂ ਕੀਤਾ ਉਹ ਕਹਿਣ ਸੁਣਨ ਤੋਂ ਪਰੇ ਆ ਔਰ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ। ਕੁਰਬਾਨੀ ਦੀ ਇੰਤਹਾ ਜਿਹੜੀ ਦਿਖਾ ਸਕਦੇ ਹਾਂ ਉਹਦੀ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਆ। ਤੁਹਾਨੂੰ ਬਹੁਤ ਬਹੁਤ ਸਲੂਟ ਔਰ ਤੁਸੀਂ ਆਪਣੀ ਅਵੇਅਰਨੈਸ ਇਸੇ ਤਰ੍ਹਾਂ ਫੈਲਾਉਂਦੇ ਰਹੋ, ਇਹਦੇ ਲਈ ਵੀ ਤੁਹਾਨੂੰ ਆਲ ਦਾ ਵੈਰੀ ਬੈਸਟ। ਸੋ ਹਰ ਸਟੋਰੀ ਸ਼ੋਅ ਦੇ ਵਿੱਚ ਅੱਜ ਦੇ ਲਈ ਇਹ ਨਹੀਂ, ਕਿਸੇ ਨਵੀਂ ਕਹਾਣੀ ਦੇ ਨਾਲ ਫਿਰ ਮੁਲਾਕਾਤ ਕਰਾਂਗੇ। ਦਿਓ ਇਜਾਜ਼ਤ।